ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਨ ਹੋ ਕਰਕੇ ਅਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਸੰਥਿਆ ਰੂਪ ਵਿੱਚ ਸਾਂਝ ਪਾ ਰਹੇ ਹੋ। ਸਵਾਓ ਆਰੰਭਤਾ ਕਰੀਏ ਪਾਵਨ ਅੰਕ 85 ਦੇ ਉੱਤੋਂ। ਅੱਜ ਦੀ ਆਰੰਭਤਾ ਹੈ 9ਵੀਂ ਪੌੜੀ ਦੇ ਨਾਲ ਆਪਾਂ ਜਿਹੜੀ ਵਿਚਾਰ ਦੀ ਸਾਂਝ ਕਰਨੀ ਹੈ। ਫਤਿਹ ਪ੍ਰਵਾਨ ਕਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹਿਲਾ ਤੀਜਾ। ਪੜ੍ਹ ਪੜ੍ਹ ਪੰਡਿਤ ਵੇਦ ਵਖਾਣੈ, ਮਾਇਆ ਮੋਹ ਸੁਆਏ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਹ ਸ਼ਲੋਕ ਹੈ। ਇਸ ਵਿੱਚ ਸਤਿਗੁਰੂ ਪਾਤਸ਼ਾਹ ਜੀ ਹੁਣ ਜਿਹੜੇ ਧਰਮ ਦੇ ਨਾਮ 'ਤੇ ਵਪਾਰ ਕਰਦੇ ਨੇ ਕਿ ਸਿਰਫ ਜਿਨ੍ਹਾਂ ਦਾ ਸੰਬੰਧ ਜਿਹੜਾ ਹੈ ਮਾਇਆ ਦੇ ਨਾਲ ਹੀ ਹੈ, ਧਰਮ ਦੇ ਨਾਲ ਨਹੀਂ ਹੈ, ਧਰਮ ਪੁਸਤਕਾਂ ਦੇ ਨਾਲ ਸੰਬੰਧ ਨਹੀਂ ਹੈ, ਸਿਰਫ ਔਰ ਸਿਰਫ ਮਾਇਆ ਦੇ ਨਾਲ, ਉਹਨਾਂ ਦੀ ਗੱਲ ਸਤਿਗੁਰੂ ਪਾਤਸ਼ਾਹ ਜੀ ਕਰਦੇ ਨੇ। ਆਖਦੇ ਨੇ ਪੜ੍ਹ ਪੜ੍ਹ ਪੰਡਿਤ ਵੇਦ ਵਖਾਣੈ, ਕਿ ਜੀਵ ਦੇ ਨਾਲ ਜਿਹੜੇ ਪੰਡਿਤ ਲੋਕ ਨੇ ਪੜ੍ਹ ਪੜ੍ਹ ਕੇ, ਪਰ ਮਾਇਆ ਦੇ ਮੋਹ ਦੇ ਸਵਾਦ ਵਿੱਚ ਪੰਡਿਤ ਲੋਕ ਵੇਦਾਂ ਦੀ ਵਿਆਖਿਆ ਕਰਦੇ ਨੇ। ਇਹ ਗੱਲ ਇਕੱਲੇ ਪੰਡਤਾਂ ਲਈ ਨਹੀਂ ਹੈ, ਇਹ ਸਾਰਿਆਂ ਦੇ ਲਈ ਹੈ ਕਿ ਉਦੋਂ ਬਹੁਤੇ ਕਰਕੇ ਜਿਹੜਾ ਹੈ ਸਮਾਜ ਦੇ ਵਿੱਚ ਪੰਡਿਤਾਂ ਦਾ ਬੋਲਬਾਲਾ ਸੀ ਕਿ ਉਹ ਹੀ ਵੇਦਾਂ ਦੀ ਵਿਆਖਿਆ ਕਰਦੇ ਸਨ। ਉਹਨਾਂ ਤੋਂ ਬਿਨਾਂ ਹੋਰ ਵੇਦ ਕੋਈ ਪੜ੍ਹ ਵੀ ਨਹੀਂ ਸਕਦਾ ਸੀ, ਵਿਆਖਿਆ ਕਰ ਵੀ ਨਹੀਂ ਸਕਦਾ ਸੀ। ਅੱਜ ਦੇ ਸਮੇਂ ਵਿੱਚ ਸਾਰੇ ਉਹ ਲੋਕ ਜਿਹੜੇ ਧਰਮ ਗ੍ਰੰਥ ਪੜ੍ਹਦੇ ਨੇ, ਵਿਚਾਰਦੇ ਨੇ, ਇਹ ਗੱਲ ਉਹਨਾਂ ਵਾਸਤੇ ਹੈ ਜਿਹੜੇ ਸਿਰਫ ਜਿਨ੍ਹਾਂ ਦਾ ਸੰਬੰਧ ਸਿਰਫ ਮਾਇਆ ਦੇ ਕਰਕੇ ਹੈ, ਕਿ ਮਾਇਆ ਕਰਕੇ ਹੀ ਆਹ ਗੱਲ ਕੰਮ ਕਰਨਾ ਹੈ, ਨਹੀਂ ਤੇ ਨਹੀਂ ਕਰਨਾ ਹੈ। ਇੱਥੋਂ ਤੱਕ ਹੀ। ਦੂਜੈ ਭਾਏ ਹਰ ਨਾਮ ਵਿਸਾਰਿਆ, ਮਨ ਮੂਰਖ ਮਿਲੈ ਸਜਾਏ। ਹੁਣ ਸਤਿਗੁਰੂ ਪਾਤਸ਼ਾਹ ਜੀ ਆਖਦੇ ਹਨ ਮਨ ਮੂਰਖ ਮਿਲੈ ਸਜਾਏ, ਕਿ ਜਿਹੜਾ ਮਨੁੱਖ ਵੇਦ ਪਾਠੀ, ਪਿੱਛੇ ਹੁਣ ਵੇਦ ਪੜ੍ਹਨ ਦੀ ਗੱਲ ਹੈ ਮਾਇਆ ਦੀ ਖਾਤਰ, ਜਿਵੇਂ ਅੱਜ ਦੀ ਗੱਲ ਕਰ ਲਈਏ, ਜੇ ਸਿੱਖੀ ਅੰਦਰ ਗੱਲ ਕਰ ਲਈਏ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਸਿਰਫ ਪੜ੍ਹਨ ਦੀ ਗੱਲ ਹੈ। ਸਿਰਫ ਪੜ੍ਹ ਕੇ, ਭਾਵੇਂ ਕਿ ਜ਼ਰੂਰਤ ਹੈ ਹਰ ਇੱਕ ਦੇ ਆਪਣੀ, ਕਿ ਉਹ ਇਸ ਦੇ ਬਦਲੇ ਜਿਹੜਾ ਰਹਿਤ ਮਰਿਆਦਾ ਦੇ ਵਿੱਚ ਬਾਕਾਇਦਾ ਦਰਜ ਹੈ ਕਿ ਕੋਈ ਵੀ ਜੇਕਰ ਕਿਸੇ ਨੂੰ ਪਾਠ ਆਉਂਦਾ ਨਹੀਂ ਹੈ, ਨਹੀਂ ਪਾਠ ਆਉਂਦਾ ਕਰਨਾ, ਤੇ ਉਹ ਕਿਸੇ ਚੰਗੇ ਪਾਠੀ ਤੋਂ ਸੁਣ ਲਵੇ ਅਤੇ ਯਥਾ ਸ਼ਕਤ ਉਸ ਦੀ ਸੇਵਾ ਕਰੇ। ਕਿਉਂਕਿ ਸਹਿਜੇ ਹੈ ਕਿ ਸਹਿਜ ਪਾਠ ਜੇ ਕਿਸੇ ਤੋਂ ਸਰਵਣ ਕਰਨਾ ਹੈ, ਖਾਸ ਕਰਕੇ ਸਹਿਜ ਪਾਠ ਦਾ ਵਿਧਾਨ ਜਿਹੜਾ ਹੈ ਸਿੱਖ ਰਹਿਤ ਮਰਿਆਦਾ ਵਿੱਚ ਦੱਸਿਆ ਗਿਆ ਹੈ। ਅਖੰਡ ਪਾਠ ਨਹੀਂ। ਅਖੰਡ ਪਾਠ ਉਦੋਂ ਰੱਖਿਆ ਜਾਂਦਾ ਹੈ ਜਦੋਂ ਅਤ ਭੀੜ ਦਾ ਸਮਾਂ ਹੋਏ ਕਿ ਹੋਰ ਕੋਈ ਚਾਰਾ ਹੀ ਨਹੀਂ ਹੈ। ਅਖੰਡ ਪਾਠ ਦੀ ਪ੍ਰਵਾਨਗੀ ਉਦੋਂ ਹੈ, ਉਹਨਾਂ ਚਿਰ ਪ੍ਰਵਾਨਗੀ ਨਹੀਂ ਹੈ। ਬਾਕੀ ਸਮੇਂ ਵਾਸਤੇ ਸਹਿਜ ਪਾਠ ਹੀ ਹੈ ਕਿ ਸਹਿਜ ਪਾਠ ਆਪ ਕੀਤਾ ਜਾਏ। ਹਰ ਸਿੱਖ ਆਪਣਾ ਸਹਿਜ ਪਾਠ ਆਪ ਕਰੇ। ਜੇ ਆਪ ਨਹੀਂ ਕਰਦਾ ਤਾਂ ਕਿਸੇ ਚੰਗੇ ਪਾਠੀ ਸਿੰਘ ਦੇ ਕੋਲੋਂ, ਗ੍ਰੰਥੀ ਸਿੰਘ ਦੇ ਕੋਲੋਂ ਪਾਠ ਸੁਣ ਲਵੇ ਅਤੇ ਯਥਾ ਸ਼ਕਤ ਭੇਟਾ ਵੀ ਕਰੇ ਕਿ ਜਿਤਨੀ ਕੁ, ਕਿਉਂਕਿ ਸਮਾਂ ਕੱਢ ਕੇ ਹਰ ਇੱਕ ਨੇ ਆਪਣੇ ਕਾਰ ਵਿਹਾਰ ਦੇ ਵਿੱਚੋਂ ਆਉਣਾ ਹੈ, ਉਹਦੀ ਜ਼ਰੂਰਤ ਵੀ ਹੈ। ਪਰ ਬਹੁਤੇ ਕਰਕੇ ਹੁਣ ਜੇ ਮੇਰੇ ਵਰਗਾ ਆਖੇ ਕਿ ਮੈਂ ਤਾਂ ਲਵਾਂਗਾ 51,000 ਫੇਰ ਕਰਕੇ ਸੁਣਾਵਾਂਗਾ, ਤੇ ਫਿਰ ਉਹ ਪਾਠ ਨਹੀਂ ਹੈ, ਫਿਰ ਉਹ ਵਪਾਰ ਹੈ ਕਿ ਮੈਂ ਤਾਂ ਹੁਣ ਇਸ ਤਰ੍ਹਾਂ ਆਹ ਮਰਿਆਦਾ ਨਾਲ ਕਰਾਂਗਾ
ਤੇ ਇਹਦੀ ਭੇਟਾ ਤੇ ਮੈਂ ਇੰਨੀ ਲੈਣੀ ਹੈ, ਨਹੀਂ ਤੇ ਨਹੀਂ ਹੋਣਾ। ਉਹ ਕੀ ਹੈ? ਉਹ ਵਪਾਰ ਹੈ, ਉਹ ਪਾਠ ਨਹੀਂ ਹੈ, ਉਹ ਵਿਚਾਰ ਨਹੀਂ ਹੈ। ਖੈਰ ਪਾਤਸ਼ਾਹ ਜੀ ਰਹਿਮਤ ਕਰਨ। ਕਹਿਣ ਤੋਂ ਭਾਵ ਹੈ ਰਹਿਤ ਮਰਿਆਦਾ ਵਿੱਚ ਖਾਸ ਤੌਰ ਤੇ ਹਰ ਇੱਕ ਚੀਜ਼ ਦਾ ਜਿਹੜਾ ਹੈ ਜ਼ਿਕਰ ਦਰਜ ਕੀਤਾ ਗਿਆ। ਇੱਥੋਂ ਤੱਕ ਕਿ ਅਰਦਾਸ ਵੀ ਜੇਕਰ, ਪਹਿਲੀ ਗੱਲ ਤਾਂ ਹੈ ਕਿ ਹਰ ਸਿੱਖ ਆਪਣੀ ਸਿੱਖਣੀ ਅਰਦਾਸ ਆਪਣੀ ਆਪ ਕਰੇ, ਤੇ ਜੇ ਉਹ ਕਿਸੇ ਗ੍ਰੰਥੀ ਸਿੰਘ ਦੇ ਪਾਸੋਂ ਅਰਦਾਸ ਕਰਵਾਉਂਦਾ ਹੈ ਤੇ ਜ਼ਰੂਰ ਜਿਹੜਾ ਹੈ ਉਸ ਦੇ ਲਈ ਕੁਝ ਭੇਟਾ ਜਿਤਨੀ ਯਥਾ ਸ਼ਕਤ ਹੈ ਉਹ ਜ਼ਰੂਰ ਭੇਟਾ ਕਰੇ। ਕਹਿਣ ਤੋਂ ਭਾਵ ਹੈ ਕਿ ਹਰ ਇੱਕ ਚੀਜ਼ ਦਰਜ ਜ਼ਰੂਰ ਹੈ, ਤੇ ਇਹ ਵੀ ਨਹੀਂ ਕਿ ਮੇਰੇ ਵਰਗਾ ਆਖੇ ਕਿ ਮੈਂ ਤਾਂ ਅਰਦਾਸ ਤਾਂ ਕਰੂੰਗਾ ਪਹਿਲਾਂ ਇੰਨੀ ਭੇਟਾ ਦਿਓ, ਐਸਾ ਵੀ ਨਹੀਂ ਹੈ। ਯਥਾ ਸ਼ਕਤ ਹੈ, ਯਥਾ ਸ਼ਕਤ ਭਾਵ ਜਿਤਨੀ ਕਿ ਸ਼ਰਧਾ ਹੈ ਉਸੇ ਭਾਵਨਾ ਦੇ। ਖੈਰ ਆਪਣਾ ਇਹ ਵਿਸ਼ਾ ਲੰਬੇਰਾ ਹੋ ਜਾਣਾ ਜਿਵੇਂ ਜਿਵੇਂ ਆਪਾਂ ਗਾਂਹ ਵੱਧਦੇ ਗਏ। ਕਹਿਣ ਤੋਂ ਭਾਵ ਹੈ ਕਿ ਧਰਮ ਗ੍ਰੰਥ ਦਾ ਵਪਾਰ ਜਿਹੜਾ ਹੈ ਉਹ ਨਹੀਂ ਕਰਨਾ ਹੈ। ਦੂਜੇ ਭਾਏ ਹਰ ਨਾਮ ਵਿਸਾਰਿਆ, ਕਿ ਵੇਦ ਪਾਠੀ ਹੁੰਦਿਆਂ ਜਾਂ ਧਰਮ ਗ੍ਰੰਥ ਦੇ ਪਾਠੀ ਹੁੰਦਿਆਂ ਜੋ ਮਨੁੱਖ ਮਾਇਆ ਦੇ ਪਿਆਰ ਵਿੱਚ ਮਾਲਕ ਦੇ ਨਾਮ ਨੂੰ ਹੀ ਵਿਸਾਰ ਦਿੰਦਾ ਹੈ। ਮਨ ਮੂਰਖ ਮਿਲੈ ਸਜਾਏ, ਉਸ ਮਨ ਦੇ ਮੂਰਖ ਨੂੰ ਫਿਰ ਕੀ ਹੈ? ਸਜ਼ਾ ਮਿਲਦੀ ਹੈ, ਦੰਡ ਮਿਲਦਾ ਹੈ ਉਹਨੂੰ ਫਿਰ ਇਹਦਾ ਫਲ ਜਿਹੜਾ ਹੈ ਭੁਗਤਣਾ ਪੈਂਦਾ ਹੈ। ਕਿ ਕਈ ਵਾਰ ਐਸਾ ਵੀ ਹੁੰਦਾ ਹੈ ਨਾ ਕਿ ਬਹੁਤੇ ਕਰਕੇ ਜਦੋਂ ਕੋਈ ਨੇੜੇ ਹੋ ਜਾਂਦਾ ਹੈ ਉਹ ਫਿਰ ਕੀ ਕਰਦਾ ਹੈ, ਕਈ ਵਾਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਵੀ ਛੱਡ ਦਿੰਦਾ ਹੈ ਕਿ ਠੀਕ ਹੈ ਬਸ ਪੜ੍ਹ ਲਿਆ ਤੇ ਚੱਲ ਗਏ ਹੁਣ। ਕਹਿਣ ਤੋਂ ਭਾਵ ਹੈ ਜਦੋਂ ਸ਼ਰਧਾ ਭਾਵਨਾ ਨਾ ਰਹੇ, ਸਿਰਫ ਤੇ ਸਿਰਫ ਮੱਥਾ ਟੇਕਣ ਤੱਕ ਹੀ ਸੀਮਤ ਰੱਖੇ, ਉਹ ਕੀ ਹੈ? ਉਹ ਵੀ ਇੱਕ ਵਪਾਰ ਹੈ। ਜਾਂ ਇੰਜ ਕਹਿ ਲਈਏ ਕਿ ਪਾਠ ਰੱਖਿਆ ਹੋਇਆ ਹੈ ਤੇ ਪਾਠ, ਪਹਿਲੀ ਗੱਲ ਹੈ ਪਾਠ ਸੁਣਨ ਵਾਲੇ ਵੀ ਨਹੀਂ ਹਨ, ਵੱਡੀ ਗਲਤੀ ਹੈ ਪਰਿਵਾਰ ਦੀ, ਕਿ ਸਹਿਜ ਪਾਠ ਹੈ ਜਾਂ ਅਖੰਡ ਪਾਠ ਹੈ। ਫਿਰ ਪਾਠੀ ਸਿੰਘ ਨੇ ਕੀਤਾ ਹੈ ਜਾਂ ਨਹੀਂ ਕੀਤਾ ਇੱਕੋ ਬਰਾਬਰ ਹੀ ਹੈ, ਪਰ ਨਾਲ ਹੀ ਕੀ ਹੈ ਕਿ ਜਿਹੜਾ ਪਾਠੀ ਸਿੰਘ ਹੈ ਜੇ ਉਹਨੇ ਆਪਣਾ ਪੂਰਨ ਫਰਜ਼ ਨਹੀਂ ਨਿਭਾਇਆ ਉਹ ਕੀ ਹੈ? ਸਜ਼ਾ ਦਾ ਪਾਤਰ ਹੈ। ਕਿ ਪੜ੍ਹਿਆ ਹੀ ਨਹੀਂ, ਮੇਰੇ ਵਰਗੇ ਨਹੀਂ, ਪਹਿਲੇ ਦਿਨ ਆਰੰਭ ਕੀਤਾ, ਫਿਰ 4 ਕੁ ਦਿਨਾਂ ਬਾਅਦ ਪਰਿਵਾਰ ਆਇਆ, ਹਾਂਜੀ ਅਰਦਾਸ ਕਰ ਗਏ, ਹਾਂਜੀ ਪਹੁੰਚ ਗਿਆ ਮੱਤ, ਕੀਤਾ ਜਾਂ ਨਹੀਂ ਕੀਤਾ। ਫਿਰ ਆਪਾਂ ਜੀ ਫਲਾਣੇ ਦਿਨ ਭੋਗ ਪਾਉਣਾ ਹੈ ਤੇ ਉਸ ਦਿਨ ਆ ਗਏ, ਹਾਂਜੀ ਠੀਕ ਹੈ ਜੀ ਇੰਨੇ ਵਜੇ ਪਹੁੰਚ ਜਿਓ, ਕੀਤਾ ਹੈ ਜਾਂ ਨਹੀਂ ਕੀਤਾ ਹੈ? ਨਾ ਤੇ ਉਹਦਾ ਪਰਿਵਾਰ ਨੂੰ ਲਾਭ ਹੈ, ਤੇ ਜਿਹੜਾ ਮੇਰੇ ਵਰਗਾ ਵਪਾਰੀ ਪਾਠੀ ਹੈ, ਵਪਾਰੀ ਗ੍ਰੰਥੀ ਹੈ, ਉਹਨੇ ਫਿਰ ਕਰਨਾ ਵੀ ਨਹੀਂ ਹੈ। ਕਿ ਜਦੋਂ ਆਉਣਾ ਹੀ ਨਹੀਂ ਕਿਸੇ ਨੇ, ਮੈਨੂੰ ਤੇ ਪਹਿਲਾਂ ਹੀ ਪਤਾ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਐਸਾ ਵੀ ਸਮਾਜ ਦੇ ਵਿੱਚ ਬਹੁਤ ਹੈ। ਬਹੁਤ ਥਾਵਾਂ ਤੇ ਲੜੀਆਂ ਦੇ ਵਿੱਚ ਐਸੇ ਪਾਠੀ ਵੀ ਬੈਠੇ ਹੁੰਦੇ ਹੈ ਜਿਹੜੇ ਸਿਰਫ ਵਾਹਿਗੁਰੂ ਵਾਹਿਗੁਰੂ ਕਰਦੇ ਰਹਿੰਦੇ ਹੈ, ਮੂੰਹ ਦੇ ਉੱਤੇ ਪਰਨਾ ਲੈ ਕੇ, ਪਤਾ ਨਹੀਂ ਹੁੰਦਾ। ਐਸੇ ਬਹੁਤ ਮੈਂ ਦੇਖੇ ਨੇ, ਮੈਂ ਮਿਲਿਆ ਖਾਸ ਕਰਕੇ, ਕਿ ਪੂਰੇ ਨਹੀਂ ਹੁੰਦੇ, ਲੜੀ ਸ਼ੁਰੂ ਹੋ ਜਾਂਦੀ ਹੈ, ਫਿਰ ਉੱਥੇ ਆਖਦੇ ਕਿ ਬੋਲਣਾ ਨਹੀਂ ਗਾ, ਬਸ ਜਿੱਥੇ ਨਾਲ ਦਾ ਕਰੀ ਜਾਂਦਾ ਉੱਥੇ ਧਿਆਨ ਰੱਖਣਾ, ਤੇ ਜਦੋਂ ਨਾਲ ਦਾ ਅੰਗ ਥੱਲੇ ਉਦੋਂ ਤੂੰ ਥੱਲੇ। ਐਸਾ ਵੀ ਹੈ। ਸਿੱਖੋ ਇਹ ਸਾਡੀ ਆਪਣੀ ਕਮੀ ਹੈ, ਅਸੀਂ ਬਾਣੀ ਪੜ੍ਹਨੀ ਛੱਡੀ, ਅਸੀਂ ਕਾਹਲੀ ਦੇ ਵਿੱਚ ਪੈ ਗਏ ਕਿ ਬਸ 48 ਘੰਟਿਆਂ 'ਚ ਪਾਠ ਕਰਕੇ ਪਰਾਂ ਕਰ ਦਈਏ ਤੇ ਸਾਰਾ ਫਲ ਲੈ ਲਈਏ। ਇਸ ਤਰ੍ਹਾਂ ਫਲ ਨਹੀਂ ਮਿਲਦਾ। ਸਹਿਜ ਪਾਠ ਸਹਿਜ ਅਵਸਥਾ ਦੇ ਨਾਲ ਟਿਕਿਆ ਹੋਇਆ, ਸਹਿਜ ਨਾਲ ਕਰਕੇ ਹੀ ਜ਼ਿੰਦਗੀ ਦੇ ਵਿੱਚ ਸਹਿਜ ਆਉਣਾ ਹੈ। ਖੈਰ ਪਾਤਸ਼ਾਹ ਜੀ ਰਹਿਮਤ ਕਰਨ। ਜਿਨ ਜੀਉ ਪਿੰਡ ਦਿੱਤਾ ਤਿਸ ਕਬਹੂ ਨਾ ਚਿਤੈ, ਜੋ ਦਿੰਦਾ ਰਿਜ਼ਕ ਸੰਭਾਹੇ। ਫਿਰ ਉਹਨਾਂ ਵਾਸਤੇ ਹੈ ਜਿਹੜੇ ਧਰਮ ਦੇ ਨਾਂ ਤੇ ਵਪਾਰ ਕਰਦੇ ਆ। ਸਤਿਗੁਰੂ ਜੀ ਆਖਣ ਲੱਗੇ ਜਿਨ ਜੀਉ ਪਿੰਡ ਦਿੱਤਾ। ਜੀਉ ਦਾ ਅਰਥ ਕੀ ਹੈ ਜੀ? ਹਾਂਜੀ, ਜਿੰਦ। ਤੇ ਪਿੰਡ ਦਾ ਅਰਥ ਸਰੀਰ। ਕਿ ਜਿਸ ਹਰੀ ਨੇ, ਜਿਸ ਮਾਲਕ ਨੇ ਇਸ ਸਰੀਰ ਅਤੇ ਜਿੰਦ ਜਿਹੜਾ ਹੈ, ਜਿੰਦ ਦਿੱਤੀ ਹੈ, ਭਾਵ ਮਨੁੱਖਾ ਜਨਮ ਬਖਸ਼ਿਆ ਹੈ, ਅਤੇ ਤਿਸ ਕਬੂ ਨਾ ਚੇਤੈ, ਉਸ ਨੂੰ ਯਾਦ ਨਹੀਂ ਕਰਦਾ ਜੋ ਕੀ ਕਰਦਾ ਹੈ? ਜੋ ਦਿੰਦਾ ਰਿਜ਼ਕ ਸੰਭਾਹੇ।
ਰਿਜ਼ਕ ਨਹੀਂ ਹੈ, ਰਿਜ਼ਕ ਹੈ। ਆਪਾਂ ਪਹਿਲਾਂ ਵਿਚਾਰ ਕੀਤੀ ਹੈ, ਰਿਜ਼ਕ ਸ਼ਬਦ ਹੈ, ਜੱਜੇ ਦੇ ਪੈਰ ਦੇ ਵਿੱਚ ਬਿੰਦੀ ਜਿਹੜੀ ਆਏਗੀ, ਰਿਜ਼ਕ, ਕਿ ਜੋ ਰਿਜ਼ਕ ਦਿੰਦਾ ਹੈ ਉਸ ਨੂੰ ਕਦੇ ਵੀ ਯਾਦ ਨਹੀਂ ਕਰਦਾ ਹੈ। ਜਮ ਕਾ ਫਾਹਾ ਗਲੋਂ ਨਾ ਕੱਟੀਐ, ਫਿਰ ਫਿਰ ਆਵੈ ਜਾਏ। ਉਸ ਦੇ ਗਲ ਦੇ ਵਿੱਚੋਂ ਕਦੇ ਵੀ ਫਿਰ ਜਿਹੜੀ ਹੈ ਜਮਾਂ ਦੀ ਫਾਹੀ ਕੱਟੀ ਨਹੀਂ ਜਾਂਦੀ। ਜਮ ਦੀ ਫਾਹੀ ਹੈ ਜਿਹੜੀ ਲੈਂਦੀ ਨਹੀਂ ਹੈ, ਉਹ ਹਮੇਸ਼ਾ ਹੀ ਫਿਰ ਆਵੈ ਜਾਏ, ਜਮ ਦਾ ਮਰਦਾ ਰਹਿੰਦਾ ਹੈ, ਜਿਹੜਾ ਧਰਮ ਦੇ ਨਾਂ 'ਤੇ ਵਪਾਰ ਕਰਦਾ ਹੈ। ਕਿ ਬਾਹਰੋਂ ਬੜਾ ਮੇਰੇ ਵਾਂਗੂ ਸੁੱਚਾ ਸੱਚਾ ਦਿਖਾਉਂਦਾ ਕਿ ਮੇਰੇ ਵਰਗਾ ਤੇ ਕੋਈ ਧਰਮੀ ਮਨੁੱਖ ਹੀ ਹੈ ਨਹੀਂ, ਮੇਰੇ ਵਰਗਾ ਕੋਈ ਵਿਆਖਿਆਕਾਰ ਪਾਠ ਕਰਨ ਵਾਲਾ ਹੀ ਹੈ ਨਹੀਂ, ਪਰ ਨਿੱਜੀ ਜੀਵਨ ਕੀ ਹੈ, ਉਹ ਗੰਦਗੀ ਦੇ ਨਾਲ ਭਰਿਆ ਪਿਆ ਹੈ। ਨਿੱਜੀ ਜੀਵਨ ਕੀ ਹੈ, ਉਹ ਬੜਾ ਮਾੜਾ ਹੈ, ਉਹਦੇ ਨਾਲ ਹੋਰ ਕੋਈ ਸੋਚਦਾ ਹੈ ਪਰ ਲੁਕਾਈ ਨੂੰ ਜਿਹੜਾ ਕੁਝ ਹੋਰ ਦੱਸਦਾ ਹੈ। ਐਸੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਉਹ ਜੰਮਦਾ ਮਰਦਾ ਰਹਿੰਦਾ ਹੈ। ਮਨ ਮੁਖ ਕਿਛੂ ਨਾ ਸੂਝੈ ਅੰਧੁਲੇ, ਪੂਰਬ ਲਿਖਿਆ ਕਮਾਏ। ਹੁਣ ਇੱਥੇ ਸਤਿਗੁਰੂ ਜੀ ਆਖਦੇ ਨੇ ਫਿਰ ਉਹ ਕੋਈ ਧਰਮੀ ਮਨੁੱਖ ਨਹੀਂ ਹੋ ਸਕਦਾ, ਭਾਵੇਂ ਉਹ ਪੰਡਿਤ ਹੈ, ਭਾਵੇਂ ਉਹ ਕੋਈ ਕਥਾਵਾਚਕ ਹੈ, ਭਾਵੇਂ ਕੋਈ ਗ੍ਰੰਥੀ ਹੈ, ਕਿਸੇ ਵੀ ਧਰਮ ਨਾਲ, ਕੋਈ ਵੀ ਧਰਮੀ ਮਨੁੱਖ ਧਰਮ ਦੇ ਨਾਲ ਜਾਂ ਧਰਮ ਗ੍ਰੰਥ ਪੜ੍ਹਨ ਵਾਲਾ, ਵਿਚਾਰਨ ਵਾਲਾ, ਵਿਆਖਿਆ ਕਰਨ ਵਾਲਾ ਹੈ। ਆਖਣ ਲੱਗੇ ਮਨਮੁਖ ਕਿਛੂ ਨਾ ਸੂਝੈ ਅੰਧੁਲੇ, ਕਿ ਅੰਨੇ ਮਨਮੁਖ ਨੂੰ, ਮਾਇਆ ਦੇ ਵਿੱਚ ਅੰਨੇ ਹੋਏ ਨੂੰ, ਮਨਮੁਖ ਨੂੰ ਕੁਝ ਸਮਝ ਆਉਂਦੀ ਨਹੀਂ ਕਿ ਉਹਨੇ ਕਰਨਾ ਹੈ ਕੀ ਨਹੀਂ ਕਰਨਾ ਹੈ। ਕਿਉਂਕਿ ਪਹਿਲੇ ਕੀਤੇ ਕੰਮਾਂ ਦੇ ਅਨੁਸਾਰ ਜੋ ਸੰਸਕਾਰ ਆਪਣੇ ਤੇ ਆਪਣੇ ਹਿਰਦੇ ਤੇ ਆਪਣੇ ਲੇਖ ਦੇ ਵਿੱਚ ਲਿਖਦਾ ਆ ਰਿਹਾ ਹੈ, ਉਹਨਾਂ ਦੇ ਅਨੁਸਾਰ ਹੀ ਹੁਣ ਵੀ ਵੈਸੇ ਹੀ ਕਰਮ ਕਰੀ ਜਾ ਰਿਹਾ ਹੈ। ਕਿ ਛੇਤੀ ਦੇ ਨਾਲ ਉਹਦੇ ਮਨ ਦੇ ਵਿੱਚ ਟਿਕਾਓ ਨਹੀਂ ਬਣਦਾ, ਰੱਬ ਦੀ ਰਜ਼ਾ ਦੀ ਸਮਝ ਨਹੀਂ ਪੈਂਦੀ। ਜਿਵੇਂ ਜਿਵੇਂ ਉਹ ਮੰਦੇ ਕਰਮ ਕਰਦਾ ਰਹਿੰਦਾ ਹੈ, ਉਸੇ ਤਰ੍ਹਾਂ ਹੀ ਅਗਾਂਹ ਵੀ ਕਰੀ ਜਾ ਰਿਹਾ ਕਿ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ, ਪਹਿਲਾਂ ਵੀ ਤੇ ਕੀਤੇ ਹੁਣ ਵੀ ਕਰ ਹੀ ਲੈਂਦੇ। ਕਿ ਉਸੇ ਤਰ੍ਹਾਂ ਉਹਦੀ ਆਦਤ ਹੈ ਜਿਹੜੀ, ਜਿਵੇਂ ਸੂਰ ਦੀ ਗੰਦਗੀ ਦੇ ਵਿੱਚ ਹੁੰਦੀ ਹੈ ਨਾ, ਉਸੇ ਤਰ੍ਹਾਂ ਉਹ ਉੱਥੇ ਹੀ ਲੱਗਿਆ ਰਹਿੰਦਾ ਹੈ। ਪੂਰੈ ਭਾਗ ਸਤਿਗੁਰ ਮਿਲੈ ਸੁਖ ਦਾਤਾ, ਨਾਮ ਵਸੈ ਮਨ ਆਏ। ਚੰਗੇ ਕਰਮਾਂ ਦੇ ਨਾਲ, ਵੱਡੇ ਭਾਗਾਂ ਦੇ ਨਾਲ, ਪੂਰੇ ਭਾਗਾਂ ਦੇ ਨਾਲ ਜਿਸ ਮਨੁੱਖ ਨੂੰ ਸੁਖ ਦਾਤਾ ਸਤਿਗੁਰੂ ਮਿਲ ਪੈਂਦਾ ਹੈ, ਨਾਮ ਉਸ ਦੇ ਮਨ ਵਿੱਚ ਆ ਵਸਦਾ ਹੈ। ਸੁਖ ਮਾਣ ਹੈ ਸੁਖ ਪਹਿਨਣਾ, ਸੁਖੇ ਸੁਖ ਵਿਹਾਏ। ਹੁਣ ਸਤਿਗੁਰੂ ਪਾਤਸ਼ਾਹ ਜੀ ਇੱਥੋਂ ਵੇਖੋ ਕਿੰਨੀ ਰਹਿਮਤ ਕਰ ਰਹੇ ਹੈ ਕਿ ਜਿਹੜਾ ਸਤਿਗੁਰੂ ਨੂੰ ਮਿਲ ਪੈਂਦਾ ਹੈ, ਨਾਮ ਦੀ ਦਾਤ ਪ੍ਰਾਪਤ ਕਰ ਲੈਂਦਾ ਹੈ, ਕੀ ਹੈ ਸੁਖ ਮਾਣੈ। ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਆਤਮਿਕ ਆਨੰਦ ਮਾਣਦੇ ਹੈ। ਕਿ ਦਿਸਦੇ ਉਹ ਸਾਰਿਆਂ ਵਰਗੇ ਹੀ ਹੈ, ਪਰ ਉਹ ਅੰਦਰ ਤੋਂ ਆਤਮਿਕ ਆਨੰਦ ਨਾਲ ਜੁੜੇ ਹੁੰਦੇ ਨੇ, ਆਤਮਿਕ ਆਨੰਦ ਵਿੱਚ ਟਿਕੇ ਹੁੰਦੇ ਨੇ। ਅਤੇ ਦੁਨੀਆ ਦਾ ਖਾਣ ਹੰਡਾਉਣ ਉਹਨਾਂ ਵਾਸਤੇ ਆਤਮਿਕ ਆਨੰਦ ਹੀ ਹੈ। ਕਿ ਉਹ ਜੇਕਰ ਦੁਨਿਆਵੀ ਤੌਰ 'ਤੇ ਕੁਝ ਛਕਦੇ ਵੀ, ਉਹਦੇ ਵਿੱਚੋਂ ਵੀ ਉਹ ਆਤਮਿਕ ਆਨੰਦ ਹੀ ਵੇਖਦੇ ਹੈ। ਅਤੇ ਆਨੰਦ ਹੀ ਉਹਨਾਂ ਦਾ ਆਤਮਿਕ ਜਿਹੜਾ ਹੈ ਖਾਣਾ ਹੈ। ਅਤੇ ਉਹਨਾਂ ਦੀ ਉਮਰ ਨਿਰੋਲ ਸੁੱਖ ਵਿੱਚ ਬੀਤਦੀ ਹੈ। ਸੁਖੇ ਸੁਖ ਵਿਹਾਏ, ਹਮੇਸ਼ਾ ਹੀ ਜਿਹੜਾ ਉਹਨਾਂ ਦਾ ਸਮਾਂ ਬਤੀਤ ਹੁੰਦਾ ਹੈ, ਜਿੰਨੇ ਸਵਾਸ ਉਸ ਮਾਲਕ ਨੇ ਬਖਸ਼ੇ ਨੇ, ਉਹ ਸਾਰੇ ਸਵਾਸ ਸਾਰੀ ਉਮਰ ਆਨੰਦ ਦੇ ਵਿੱਚ ਹੀ, ਸੁੱਖ ਦੇ ਵਿੱਚ ਹੀ ਬੀਤਦੀ ਹੈ। ਨਾਨਕ ਸੋ ਨਾਉ ਮਨੋ ਨਾ ਵਿਸਾਰੀਐ, ਜਿਤ ਦਰ ਸੱਚੈ ਸ਼ੁਭਾ ਪਾਏ।
हे नानक सो नाओ मनो ना विसारीए। उस सुख दाते नाम नू कदे भी मनो नहीं विसारना चाहिए। मनो विसारना चंगा नहीं है। जित जिस दे नाल दर सच्चै शोभा पाए, मालक दे सच्चे दर ते शोभा मिलती है, सत्कार मिलता है, इज्जत जिहड़ी है वो प्राप्त हुंदी है। महला तीजा। सतगुर सेव सुख पाया, सच नाम गुण तास। पातशाह जी आखन लगे, जिन्हां ने सतगुरु दी दसी सेवा जिहड़ी वो कीती है। सतगुर सेव कि सतगुरु दे अनुसार जिन्हां ने सेवा कीती है, कर्म कमाए हन, सुख पाया, उन्हां ने ही आत्मक आनंद, आत्मक सुख जिहड़ा प्राप्त कीता है। अते नाल सच नाम गुणतास, गुणां दा खजाना सच्चा नाम भी जिहड़ा है उन्हां नूं ही प्राप्त हुंदा है, जिहड़े सतगुरु दे दसे अनुसार अपने कर्मां दी किरत करदे हन, सतगुरु दे दसे अनुसार संसार दे विच विचरदे हन। गुरमति आप पछाणिया, राम नाम परगास। गुरु दी मत लैके वो आपे दी पछाण करता है। जिहड़ा सतगुरु दे दसे अनुसार किरत करता है, सेवा करता है, गुरमति आप पछाणे। गुरु दी मत राही, गुरु दी मत लैके वो अपने असल स्वरूप दी की है पछाण करता है। राम नाम प्रगास ते हरि दे नाम दा उस दे अंदर फिर प्रगाश हो जाता है, चानण हो जाता है। कहन तो भाव है कि उन्हों अपने असले दी की है पछाण हो जाती है कि मेरा ये शरीर, मेरी ये देही, मेरा ये जन्म अते मेरे किहड़े कर्म हन जिन्हां करके मैनू ये देही प्राप्त हुई है। सचो सच कमावना, वडियाई वड्डे पास। पातशाह जी आखन लगे, फिर वो निरोल सच्चे नाम सिमरन की कमाई करता है। सच्चो सच कमावना, वो निरोल मालक के नाम अनुसार सच्चे नाम की कमाई करता है। कमाई करन तो भाव जिवें मालक की रजा है उवें जीवन बतीत करता है, ये कमाई है। वडियाई वड्डे पास, इस करके फिर मालक की दरगाह विच, मालक के दर ते उन्होंने वडियाई आदर जिहड़ा है वो मिलता है। जियो पिंड सब तिसका, सिफत करे अरदास। फिर उहदे मन का सुभाव, मन की भावना की बन जाती है कि जियो पिंड सब तिसका, कि जियो अते पिंड, जिंद अते शरीर सब कुछ मालक का ही दिता होया है। इस करके फिर सिफत करे अरदास, वो सिफतां भी मालक दियां करता है ते अरदास बेनती भी मालक दे अगे ही करता है। सच्चे शब्द सलाहना, सुखे सुख निवास। सच्चे शब्द सलाहना, गुरु दे शब्द राही फिर वो सच्चे मालक नूं ही की है ध्याउंदा है, उहदी सिफत सलाह करता है। सुखे सुख निवास ते हमेशा सुख दे विच ही उहदा निवास रहिंदा है, आत्मक आनंद दे विच ही वो लीन रहिंदा है, निवास करता है। जप तप संजम मनै माहे, बिन नामै त्रिग जीवास। हुण सतगुरु पातशाह जी, गुरु अमरदास पातशाह जी जिहड़ा समझाउणा कर रहे ने, क्योंकि पहलां दुनिया दे विच जप तप अते संजम
ਇਹਦੇ ਨਾਲ ਰੱਬ ਨੂੰ ਪਾਉਣ ਦੇ ਲਈ ਜਿਹੜਾ ਹੈ ਕੀ ਹੈ, ਇਹ ਰਸਤਾ ਅਪਣਾਇਆ ਜਾਂਦਾ ਸੀ। ਜਾਂ ਜਪ ਕਰੋ, ਤਪ ਕਰੋ, ਜਾਂ ਸੰਜਮ ਭਾਵ ਇੰਦਰੀਆਂ ਨੂੰ ਰੋਕਣ ਦੇ ਯਤਨ ਕਰਨੇ, ਕਿ ਕੋਈ ਕਈ ਤਰ੍ਹਾਂ ਦੀਆਂ ਉਹਨਾਂ ਦੇ ਨਾਲ ਖਿਲਵਾੜ ਕਰਨਾ, ਜਾਂ ਕਈ ਤਰੀਕਿਆਂ ਦਾ ਉਹਨਾਂ ਦੇ ਨਾਲ ਜਿਹੜਾ ਹੈ ਹੋਰ ਕੋਈ ਜਿਹੜੀ ਹੈ ਉਹ ਵਿਧੀ ਵਰਤ ਕੇ ਉਹਨਾਂ ਨੂੰ ਰੋਕਣ ਦਾ ਯਤਨ ਕਰਨਾ। ਖੈਰ, ਹੁਣ ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਜਪ ਤਪ ਸੰਜਮ ਮਨੈ ਮਾਹੇ, ਕਿ ਪ੍ਰਭੂ ਦੀ ਸਿਫਤ ਸਲਾਹ ਮਨ ਵਿੱਚ ਵਸਾਉਣੀ ਕੀ ਹੈ, ਜਪ ਮਨ ਵਿੱਚ ਵਸਾਉਣੀ, ਇਹੀ ਉਸ ਲਈ ਜਪ ਤਪ ਅਤੇ ਸੰਜਮ ਹੈ। ਕਿ ਸਾਰਾ ਕੁਝ ਇੱਥੋਂ ਹੀ ਪ੍ਰਾਪਤ ਹੋ ਜਾਂਦਾ ਹੈ, ਕਿ ਮਾਲਕ ਦੇ ਨਾਮ ਨੂੰ ਹਿਰਦੇ ਦੇ ਵਿੱਚ ਪੂਰਨ ਤੌਰ ਤੇ ਵਸਾ ਲਿਆ, ਇਹੀ ਜਪ ਹੈ, ਇਹੀ ਤਪ ਹੈ, ਇਹੀ ਸੰਜਮ ਹੈ। ਬਿਨ ਨਾਵੇਂ ਧ੍ਰਿਗ ਜੀਵਾਸ, ਧ੍ਰਿਗ ਤੋਂ ਭਾਵ ਫਿਟਕਾਰ ਯੋਗ। ਸਤਿਗੁਰੂ ਜੀ ਆਖਣ ਲੱਗੇ ਨਾਮ ਤੋਂ ਸਖਣਾ ਜੀਵਨ ਉਸ ਨੂੰ ਫਿਰ ਫਿਟਕਾਰ ਯੋਗ ਪ੍ਰਤੀਤ ਹੁੰਦਾ ਹੈ। ਜਿਹੜਾ ਮਾਲਕ ਦੇ ਨਾਮ ਨਾਲ ਜੁੜਿਆ ਹੁੰਦਾ ਹੈ ਨਾ, ਉਹ ਫਿਰ ਉਹਨੂੰ ਇੰਜ ਲੱਗਦਾ ਹੈ ਕਿ ਜੇ ਮੈਂ ਨਾਮ ਨਾਲ ਨਹੀਂ ਜੁੜਿਆ ਜਾਂ ਜੁੜਿਆ ਨਾ ਹੁੰਦਾ ਤੇ ਮੇਰਾ ਜੀਵਨ ਬੜਾ ਫਿਟਕਾਰ ਯੋਗ ਸੀ, ਬੜਾ ਧ੍ਰਿਗ ਸੀ। ਗੁਰਮਤੀ ਨਾਉ ਪਾਈਐ ਮਨ ਮੁਖ ਮੋਹ ਵਿਨਾਸ਼, ਸਤਿਗੁਰੂ ਜੀ ਆਖਣ ਲੱਗੇ ਇਹੀ ਨਾਮ ਗੁਰੂ ਦੀ ਮੱਤ ਤੇ ਚੱਲਿਆ ਮਿਲਦਾ ਹੈ, ਜਿਹਦੇ ਨਾਲ ਜਪ ਤਪ ਸੰਜਮ ਮਨ ਦੇ ਵਿੱਚ ਹੀ ਕੀ ਹੈ ਸਾਰੇ ਪ੍ਰਾਪਤ ਹੋ ਜਾਂਦੇ ਹਨ। ਤੇ ਨਾਲ ਹੀ ਆਖਦੇ ਹਨ ਮਨਮੁਖ ਮੋਹ ਵਿਨਾਸ਼, ਕਿ ਆਪਣੇ ਮਨ ਪਿੱਛੇ ਤੁਰਨ ਵਾਲਾ ਮਨੁੱਖ ਮੋਹ ਵਿੱਚ ਫਸ ਕੇ ਫਿਰ ਵਿਨਾਸ਼ ਹੋ ਜਾਂਦਾ, ਉਹਦਾ ਉਹ ਨਸ਼ਟ ਹੋ ਜਾਂਦਾ ਹੈ। ਭਾਵ ਮਨ ਜਿਹੜਾ ਮਨੁੱਖਾ ਜਨਮ ਹੈ ਉਸ ਨੂੰ ਉਹ ਵਿਅਰਥ ਹੀ ਗਵਾ ਲੈਂਦਾ ਹੈ, ਵਿਨਾਸ਼ ਕਰ ਲੈਂਦਾ ਹੈ ਉਸ ਦਾ। ਜਿਉ ਭਾਵੈ ਤਿਉ ਰਾਖ ਤੂੰ ਨਾਨਕ ਤੇਰਾ ਦਾਸ, ਗੁਰੂ ਅਮਰਦਾਸ ਪਾਤਸ਼ਾਹ ਜੀ ਹੁਣ ਰਹਿਮਤ ਕਰ ਰਹੇ ਹਨ ਕਿ ਹੇ ਪ੍ਰਭੂ ਜਿਵੇਂ ਤੈਨੂੰ ਚੰਗਾ ਲੱਗੇ, ਜਿਉਂ ਭਾਵੈ ਤਿਉਂ ਰਾਖ ਤੂੰ, ਤਿਵੇਂ ਹੀ ਸਹਾਇਤਾ ਕਰ, ਤਿਵੇਂ ਹੀ ਸਾਡੀ ਰੱਖਿਆ ਕਰ। ਨਾਨਕ ਤੇਰਾ ਦਾਸ, ਅਤੇ ਨਾਮ ਦੀ ਦਾਤ ਦੇ, ਤੇ ਨਾਨਕ ਤੇਰਾ ਸੇਵਕ ਹੈ, ਕਿ ਜਿਵੇਂ ਹੁਣ ਤੇਰੀ ਮਰਜ਼ੀ ਹੈ ਉਵੇਂ ਹੀ ਮੇਰੀ ਰੱਖਿਆ ਕਰ, ਮੇਰੀ ਸਹਾਇਤਾ ਕਰ, ਮੈਨੂੰ ਰੱਖਣਾ ਕਰ, ਅਤੇ ਜਿਉਂ ਤੈਨੂੰ ਭਾਉਂਦਾ ਹੈ ਉਸੇ ਤਰ੍ਹਾਂ ਹੀ ਮੈਨੂੰ ਨਾਮ ਦੀ ਦਾਤ ਦੇ। ਪੌੜੀ ਸਭ ਕੋ ਤੇਰਾ ਤੂੰ ਸਭ ਸਦਾ, ਤੂੰ ਸਭਨਾ ਰਾਸ, ਸਤਿਗੁਰੂ ਜੀ ਆਖਣ ਲੱਗੇ ਹੀ ਪ੍ਰਭੂ ਜੀ ਸਭ ਕੋ ਤੇਰਾ, ਕਿ ਹਰੇਕ ਜੀਵ ਤੇਰਾ ਹੀ ਬਣਾਇਆ ਹੋਇਆ ਹੈ, ਤੂੰ ਸਭ ਸਦਾ, ਤੂੰ ਹੀ ਸਾਰਿਆਂ ਦਾ ਮਾਲਕ ਹੈ, ਤੂੰ ਸਭਨਾ ਰਾਸ। ਰਾਸ ਸ਼ਬਦ ਇੱਥੇ ਕੀ ਹੈ? ਇਸਤਰੀ ਲਿੰਗ ਹੈ, ਪੁਲਿੰਗ ਹੈ, ਜਾਂ ਕੀ ਹੈ? ਇਸਤਰੀ ਲਿੰਗ ਹੈ, ਠੀਕ ਹੈ। ਕੀ ਅਰਥ ਹੋਏਗਾ ਜੀ ਇਹਦਾ? ਹਾਂਜੀ, ਪੂੰਜੀ ਭਾਵ ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਤੂੰ ਸਭਨਾ ਰਾਸ, ਕਿ ਤੂੰ ਸਭਨਾ ਦਾ ਮਾਲਕ ਹੈ ਤੇ ਸਭਨਾ ਦਾ ਖਜ਼ਾਨਾ ਹੈ, ਸਭਨਾ ਦੀ ਪੂੰਜੀ ਵੀ ਤੂੰ ਆਪ ਹੀ ਹੈ। ਸਭ ਤੁਧੈ ਪਾਸੋਂ ਮੰਗਦੇ ਨਿਤ ਕਰ ਅਰਦਾਸ, ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਇਸੇ ਕਰਕੇ ਸਭ ਤੁਧੈ ਪਾਸੋਂ ਮੰਗਦੇ, ਸਾਰੇ ਜੀਵ ਤੇਰੇ ਪਾਸੋਂ ਹੀ ਨਿਤ ਸਦਾ ਹਰ ਰੋਜ਼ ਅਰਦਾਸਾਂ ਕਰਕੇ ਤੈਥੋਂ ਹੀ ਜਿਹੜੇ ਉਹ ਦਾਨ ਮੰਗਦੇ ਹਨ, ਤੇਰੇ ਅੱਗੇ ਹੀ ਅਰਦਾਸ ਕਰਕੇ ਦਾਨ ਦੀਆਂ ਦਾਤਾਂ ਮੰਗਦੇ ਹਨ। ਜਿਸ ਤੂੰ ਦੇਹ ਤਿਸ ਸਭ ਕਿਛ ਮਿਲੈ, ਇਕ ਨਾ ਦੂਰ ਹੈ ਪਾਸ,
ਪਾਤਸ਼ਾਹ ਜੀ ਆਖਣ ਲੱਗੇ ਹੁਣ ਅਰਦਾਸ ਕਰਕੇ ਤੇ ਸਾਰੇ ਤੈਥੋਂ ਹੀ ਦਾਨ ਮੰਗਦੇ ਐ। ਫਿਰ ਕੀ ਹੈ, ਜਿਸ ਤੂੰ ਦੇ ਤਿਸ ਸਭ ਕੁਛ ਮਿਲੇ, ਕਿ ਜਿਸ ਨੂੰ ਤੂੰ ਦਾਤ ਫਿਰ ਦਿੰਦਾ ਹੈ ਉਸ ਨੂੰ ਸਭ ਕੁਝ ਮਿਲ ਜਾਂਦਾ ਹੈ। ਭਾਵ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ। ਪਰ ਸਤਿਗੁਰੂ ਜੀ ਆਖਦੇ ਹਨ, ਇੱਕ ਨਾ ਦੂਰ ਹੈ ਪਾਸ, ਅਤੇ ਜੋ ਹੋਰ ਦਰ ਤੇ ਢੂੰਡਦੇ ਹਨ, ਹੋਰ ਦਰ ਤੇ ਲੱਭਦੇ ਹਨ, ਉਹਨਾਂ ਨੂੰ ਤੂੰ ਨਿਕਟਵਰਤੀ ਹੁੰਦਾ ਹੋਇਆ ਵੀ ਦੂਰ ਹੀ ਪ੍ਰਤੀਤ ਹੁੰਦਾ ਹੈ। ਕਿ ਕਈ ਬਹੁਤ ਰੱਬ ਨੂੰ ਜਾਂ ਗੁਰੂ ਨੂੰ ਨੇੜੇ ਸਮਝਦੇ ਆ ਕਿ ਅਸੀਂ ਸਾਡੇ ਨੇੜੇ ਹੈ, ਅਸੀਂ ਗੁਰੂ ਦੇ ਨੇੜੇ ਹੈ, ਪਰ ਅੰਦਰੋਂ ਉਹ ਬਹੁਤ ਦੂਰ ਹੁੰਦੇ ਆ। ਮਾਲਕ ਅੰਦਰੋਂ ਉਹਨਾਂ ਨੂੰ ਦੂਰ ਦਿਸਦਾ ਹੈ। ਭਾਵ ਕਿ ਕੋਲ ਤਾਂ ਜ਼ਰੂਰ ਨੇ ਸਰੀਰਕ ਰੂਪ ਦੇ ਵਿੱਚ, ਪਰ ਭਰੋਸਾ ਕਿਸੇ ਹੋਰ ਤੇ ਟਿਕਾਇਆ ਹੁੰਦਾ ਹੈ। ਆਮ ਤੌਰ ਤੇ ਦੇਖਦੇ ਹਾਂ ਨਾ ਅਸੀਂ ਕਿ ਇੱਕ ਛੋਟੀ ਜੀ ਉਦਾਹਰਣ ਲਈਏ ਆਪਾਂ, ਕਿ ਜਦੋਂ ਲੜਕੇ ਲੜਕੀ ਦਾ ਕਈ ਵਾਰ ਵਿਆਹ ਹੁੰਦਾ ਹੈ ਨਾ, ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਦਰ ਹੀ ਲਾਵਾਂ ਹੁੰਦੀਆਂ ਨੇ, ਸਾਰਾ ਕੁਝ ਉੱਥੇ ਹੀ ਹੁੰਦਾ ਹੈ। ਫਿਰ ਵੱਖਰੇ ਤੌਰ ਤੇ ਜਦੋਂ ਘਰ ਜਾਇਆ ਜਾਂਦਾ ਹੈ, ਜਾਂ ਘਰ ਜਾਣ ਤੋਂ ਪਹਿਲਾਂ ਜਾਂ ਘਰ ਜਾ ਕੇ ਅਗਲੇ ਦਿਨ ਫਿਰ ਕਿ ਹੁਣ ਫਲਾਣੇ ਬਾਬੇ ਦੀ ਮੱਥਾ ਟੇਕਣਾ, ਫਿਰ ਜਿਹੜੀ ਅਗਲੀ ਜ਼ਿੰਦਗੀ ਸ਼ੁਰੂ ਕਰਨੀ ਹੈ। ਕਿ ਕੀਤਾ ਸਭ ਕੁਝ ਗੁਰੂ ਦੇ ਕੋਲ, ਗੁਰੂ ਦੇ ਕਰਕੇ ਲੜ ਲੱਗੇ ਇੱਕ ਦੂਜੇ ਦੇ, ਗੁਰੂ ਅੱਗੇ ਅਰਦਾਸਾਂ ਕੀਤੀਆਂ, ਦੁਬਾਰਾ ਫਿਰ ਹੋਰ ਕਈ ਪ੍ਰਕਾਰ ਦੇ ਵਹਿਮ ਭਰਮ ਤੇ ਕਈ ਕੁਝ ਹੈ ਜਿਹੜਾ ਉਹ ਕਈ ਲੋਕ ਕਰਦੇ ਹਨ। ਇਹ ਨਹੀਂ ਮੈਂ ਕਹਿੰਦਾ ਸਾਰੇ ਕਰਦੇ ਨੇ, ਪਰ ਕਈ ਐਸਾ ਕਰਦੇ ਕਿ ਹੁਣ ਫਲਾਣੇ ਬਾਬੇ ਦਾ ਪਾਣੀ ਭਰ ਲਈਏ, ਫਲਾਣੇ ਬਾਬੇ ਦੇ ਪਹਿਲਾਂ ਜਾ ਕੇ ਮੱਥਾ ਟੇਕ ਕੇ ਆਉਣਾ ਹੈ, ਫਲਾਣੇ ਥਾਂ ਤੇ ਚੌਂਕੀ ਭਰ ਕੇ ਆਉਣੀ ਹੈ, ਫਿਰ ਜਾ ਕੇ ਜ਼ਿੰਦਗੀ ਦਾ ਜਿਹੜਾ ਹੈ ਉਹ ਅੱਗੇ ਆਰੰਭ ਕਰਨਾ। ਕੀ ਹੈ ਕਿ ਹੈ ਨੇੜੇ ਨੇ ਪਰ ਅੰਦਰੋਂ ਬਹੁਤ ਦੂਰ ਨੇ। ਅਰਦਾਸ ਇੱਥੇ ਕਰਦੇ ਨੇ ਕਿ ਲਿਆਓ ਸਤਿਗੁਰੂ ਜੀ ਦੇ ਅੱਗੇ ਕਰੋ ਅਰਦਾਸ ਕਿ ਹੁਣ ਆਨੰਦ ਕਾਰਜ ਸ਼ੁਰੂ ਕਰੀਏ। ਫਿਰ ਆਨੰਦ ਕਾਰਜ ਸ਼ੁਰੂ ਕਰਕੇ ਫਿਰ ਜੀ ਹੁਣ ਚਲੋ ਜੀ ਹੁਣ ਸੁੱਖਾਂ ਦੀ ਦਾਤ ਵੀ ਦਿਓ ਜੀ, ਚੜ੍ਹਦੀ ਕਲਾ ਵੀ ਕਰਿਓ, ਸਾਰਾ ਜੀਵਨ ਵਧੀਆ ਲੰਘੇ। ਤੇ ਬਾਅਦ ਦੇ ਵਿੱਚ ਚੜ੍ਹ ਕੇ ਗੱਡੀਆਂ ਤੇ ਫਿਰ ਦੂਜੇ ਬਾਬੇ ਕੋਲ, ਉੱਥੇ ਵੀ ਜਾ ਕੇ ਇਹੋ ਹੀ ਕੁਛ। ਕਹਿਣ ਤੋਂ ਭਾਵ ਹੈ ਕਿ ਦੋ ਬੇੜੀਆਂ ਦੇ ਵਿੱਚ ਲੱਤਾਂ ਰੱਖੀਆਂ ਹੋਈਆਂ, ਨਾ ਉੱਧਰ ਨਾ ਉੱਧਰ। ਸਤਿਗੁਰੂ ਜੀ ਰਹਿਮਤ ਕਰਨ ਕਿ ਇੱਕ ਨਾ ਦੂਰ ਹੈ ਪਾਸ, ਕਿ ਕਈ ਨੇੜੇ ਹੁੰਦਿਆਂ ਹੋਇਆਂ ਵੀ ਮਾਲਕ ਤੋਂ ਬਹੁਤ ਦੂਰ ਹੁੰਦੇ ਹਨ। ਤੁਧ ਬਾਝੋਂ ਥਾਉ ਕੋ ਨਾਹੀ, ਜਿਸ ਪਾਸੋਂ ਮੰਗੀਐ, ਮਨ ਵੇਖੋ ਕੋ ਨਿਰਜਾਸ। ਨਿਰਜਾਸ ਕੀ ਅਰਥ ਹੋਣਗੇ ਜੀ? ਕਰ ਵੇਖੋ, ਨਿਰਜਾਸ ਕੇ ਨਿਰਣਾ ਕਰਕੇ ਵੇਖ ਲੋ, ਫੈਸਲਾ ਕਰਕੇ ਵੇਖ ਲੋ, ਤਜਰਬਾ ਕਰਕੇ ਵੇਖ ਲੋ। ਪਾਤਸ਼ਾਹ ਜੀ ਆਖਣ ਲੱਗੇ ਤੁਧ ਬਾਝੋਂ ਥਾਉ ਕੋ ਨਾਹੀ, ਕਿ ਕੋਈ ਧਿਰ ਵੀ ਮਨ ਵਿੱਚ ਨਿਰਣਾ ਕਰਕੇ ਵੇਖ ਲਏ। ਮਨ ਵੇਖੋ ਕੋ ਨਿਰਜਾਸ ਕੀ ਨਿਰਣਾ ਕਰਕੇ ਵੇਖ ਲੋ, ਤਜਰਬਾ ਕਰਕੇ ਕੋਈ ਵੀ ਜਿਹੜਾ ਹੈ ਕੋਈ ਵੀ ਧਿਰ ਵੇਖ ਲਓ, ਵੇਖ ਲਏ ਹੇ ਹਰੀ ਤੈਥੋਂ ਬਿਨਾ ਹੋਰ ਕੋਈ ਟਿਕਾਣਾ ਨਹੀਂ ਜਿੱਥੋਂ ਕੁਝ ਮੰਗ ਸਕੀਏ। ਕਿ ਜਿਹੜੇ ਮਾਲਕ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਦੀ ਫਿਰ ਜ਼ਿੰਦਗੀ ਐਸੀ ਹੋ ਜਾਂਦੀ ਹੈ, ਐਸਾ ਜੀਵਨ ਹੋ ਜਾਂਦਾ ਹੈ ਕਿ ਮਾਲਕ ਜੀ ਤੇਰੇ ਤੋਂ ਬਿਨਾਂ ਤੇ ਸਾਨੂੰ ਹੋਰ ਕੋਈ ਦਾਤ ਦੇਣ ਵਾਲਾ ਹੈ ਹੀ ਨਹੀਂ ਹੈ ਜਿੱਥੋਂ ਅਸੀਂ ਕੁਝ ਮੰਗ ਸਕੀਏ। ਤੇ ਅਸੀਂ ਇਤਿਹਾਸ ਦੇ ਵਿੱਚ ਸ਼ੁਰੂ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਅੱਜ ਤੱਕ ਵੇਖ ਲਈਏ, ਜਿਹੜੇ ਪੂਰਨ ਗੁਰਸਿੱਖ ਨੇ ਜਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਨੇ, ਉਸ ਮਾਲਕ ਦੀ ਰਜ਼ਾ ਵਿੱਚ ਨੇ, ਉਹ ਨਾ ਤੇ ਕਿਸੇ ਵੱਡੇ ਦੁਨਿਆਵੀ ਸ਼ਾਸਕ ਤੋਂ ਡਰੇ ਹੈ, ਨਾ ਹੀ ਕਿਸੇ ਲਾਲਚ ਅੱਗੇ ਝੁਕੇ ਹੈ, ਤੇ ਨਾ ਹੀ ਉਹ ਮਾਲਕ ਅਕਾਲ ਪੁਰਖ ਤੇ ਗੁਰੂ ਤੋਂ ਬਿਨਾਂ ਕਿਸੇ ਹੋਰ ਅੱਗੇ ਆਪਣਾ ਹੱਥ ਅੱਡਦੇ ਹੈ। ਉਹ ਸਿਰਫ ਤੇ ਸਿਰਫ ਮਾਲਕ ਦੇ ਅੱਗੇ ਅਰਦਾਸ ਕਰਦੇ ਹੈ ਕਿ ਮਾਲਕਾ ਤੈਨੂੰ ਚੰਗਾ ਲੱਗੇ ਤੇ ਅੱਜ ਭਾਵਨਾ ਪੂਰੀ ਕਰਦੇ, ਨਹੀਂ ਚੰਗਾ ਲੱਗੇ ਤੇ ਤੂੰ ਮੈਥੋਂ ਸਿਆਣਾ ਹੈ ਕਿ ਮੈਨੂੰ ਇਹ ਦਾਤ ਦੇਣੀ ਹੈ ਕਿ ਨਹੀਂ ਦੇਣੀ। ਮੈਂ ਤੇ ਆਪਣੀ ਬੁੱਧੀ ਅਨੁਸਾਰ ਬੜਾ ਕੁਝ ਮੰਗ ਲਵਾਂਗਾ ਤੇਰੇ ਤੋਂ, ਪਰ ਤੇਰਾ ਭਾਣਾ ਹੈ, ਜੇ ਤੈਨੂੰ ਚੰਗਾ ਲੱਗੇ ਤੇ ਦਾਤ ਦੇ, ਜੇ ਮੇਰੇ ਹਿੱਤ ਵਿੱਚ ਹੈ, ਨਹੀਂ ਚੰਗਾ ਲੱਗਾ ਤੇ ਨਾ ਦੇ, ਉਹ ਤੇਰੀ ਮਰਜ਼ੀ। ਮੈਨੂੰ ਤੇਰੇ ਤੇ ਪੂਰਨ ਭਰੋਸਾ ਹੈ ਕਿ ਜੋ ਤੂੰ ਕਰੇਂਗਾ ਉਹ ਮੇਰੇ ਜੀਵਨ ਵਾਸਤੇ ਸਭ ਕੁਝ ਸਹੀ ਹੈ, ਠੀਕ ਹੈ।
ਸਭ ਤੁਧੈ ਨੋ ਸਲਾਹੰਦੇ, ਦਰ ਗੁਰਮੁਖਾਂ ਨੋ ਪ੍ਰਗਾਸ। ਹੁਣ ਸਤਿਗੁਰੂ ਪਾਤਸ਼ਾਹ ਜੀ ਨਾਲ ਹੀ ਫਿਰ ਇਹ ਸਮਝਾਉਣਾ ਕਰਦੇ ਹਨ ਕਿ ਉਂਝ ਤਾਂ ਸਾਰੇ ਜੀਵ ਤੇਰੀ ਹੀ ਵਡਿਆਈ ਕਰਦੇ ਨੇ, ਕਿ ਸਾਰੇ ਜੀਵ ਵਡਿਆਈ ਤੇਰੀ ਜ਼ਰੂਰ ਕਰਦੇ ਆ। ਮੇਰੇ ਵਰਗੇ ਕਈਆਂ ਦਾ ਨਹੀਂ ਵੀ ਲੈਣਾ ਦੇਣਾ ਹੁੰਦਾ ਗੁਰਬਾਣੀ ਦੇ ਨਾਲ, ਨਹੀਂ ਵੀ ਭਰੋਸਾ ਹੁੰਦਾ, ਪਰ ਸਮਾਜ ਕਰਕੇ ਕਈਆਂ ਨੂੰ ਫਿਰ ਆਖਦੇ ਜੀ ਪਾਠ ਕਰਾ ਲਈਏ, ਸੁੱਖ ਸ਼ਾਂਤੀ ਘਰੇ ਫੇਰਾ ਪਵਾ ਲਈਏ। ਕਹਿਣ ਤੋਂ ਭਾਵ ਹੈ ਕਈ ਵੇਖੋ ਵੇਖੀ ਦੇ ਵਿੱਚ ਵੀ ਐਸਾ ਕਾਰਜ ਕਰਦੇ ਹੈ, ਜਾਂ ਵੇਖੋ ਵੇਖੀ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਪੈਂਦਾ ਹੈ। ਕਈ ਤਰੀਕੇ ਭਾਵ ਕਈ ਤਰੀਕਿਆਂ ਦੇ ਨਾਲ ਨਹੀਂ ਵੀ ਕਈ ਵਾਰੀ ਮਨ ਹੁੰਦਾ, ਜਾਂ ਭਰੋਸਾ ਨਹੀਂ ਵੀ ਹੈ, ਕਿਤੇ ਭਰੋਸਾ ਕਿਤੇ ਹੋਰ ਹੈ, ਫਿਰ ਵੀ ਜਿਹੜਾ ਹੈ ਆਉਣਾ ਪੈਂਦਾ, ਵਡਿਆਈ ਕਰਨੀ ਪੈਂਦੀ ਹੈ ਕਿ ਮਾਲਕ ਬਹੁਤ ਵੱਡਾ ਹੈ, ਉਹ ਸਭ ਕੁਝ ਕਰਨ ਵਾਲਾ ਹੈ, ਉਹੀ ਦਾਤਾਂ ਦਿੰਦਾ ਹੈ। ਕਹਿੰਦੇ ਇਹ ਨੇ ਪਰ ਭਰੋਸਾ ਨਹੀਂ ਹੈ। ਵਡਿਆਈ ਸਾਰੇ ਕਰਦੇ ਹੈ ਪਰ ਭਰੋਸਾ ਨਹੀਂ ਹੁੰਦਾ ਕਿ ਵਡਿਆਈ ਕਰਦੇ ਨੇ। ਪਰ ਜੋ ਜੀਵ ਗੁਰੂ ਦੇ ਸਨਮੁਖ ਰਹਿੰਦੇ ਹਨ ਉਹਨਾਂ ਨੂੰ ਤੂੰ ਆਪਣੀ ਦਰਗਾਹ ਵਿੱਚ ਪ੍ਰਗਟ ਕਰਦਾ ਹੈ, ਭਾਵ ਉਹਨਾਂ ਨੂੰ ਕੀ ਹੈ ਵਡਿਆਈ ਆਦਰ ਬਖਸ਼ਦਾ ਹੈ। ਕਹਿਣ ਨੂੰ ਉੱਤੋਂ ਉੱਤੋਂ ਸਾਰੇ ਮੇਰੇ ਵਾਂਗੂ ਕਹੀ ਜਾਂਦੇ ਕਿ ਰੱਬ ਬਹੁਤ ਵੱਡਾ ਹੈ, ਉਹ ਬੇਅੰਤ ਹੈ, ਉਹਦਾ ਪਾਰ ਨਹੀਂ ਪਾਇਆ ਜਾ ਸਕਦਾ, ਪਰ ਅਸਲ ਤੌਰ 'ਤੇ ਅਸੀਂ ਮੰਨਦੇ ਹਾਂ ਕਿ ਨਹੀਂ ਮੰਨਦੇ ਹਾਂ, ਇਹ ਸਾਡਾ ਨਿੱਜੀ ਜੀਵਨ ਹੈ। ਇਹ ਅਸੀਂ ਆਪਣੇ ਮਨ ਦੀ ਵਿਚਾਰ ਸਾਰਿਆਂ ਨੇ ਆਪ ਜਿਹੜੀ ਉਹ ਕਰਨੀ ਹੈ। ਸਤਿਗੁਰੂ ਜੀ ਰਹਿਮਤ ਕਰਨ। ਸੋ ਹੋਈਆਂ ਭੁੱਲਾਂ ਦੀ ਖਿਮਾ ਜੀ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।